Hello students, myself Sarita, biology lecturer, Government Girls Senior Secondary School Jantala. Today we will study Darwin's theory of natural selection or survival of the fittest. So here the theory of Darwin, the main concept Darwin the theory that is he presented the theory after Lamarck's theory और ਇਹ ਕਾफ़ੀ ਸਮੇਂ ਬਾਅਦ ਲੈਮਾਰਕ ਦੀ ਥਿਊਰੀ ਤੋਂ ਬਾਅਦ ਜਿਹੜੀ ਡਾਰਵਿਨਸ ਦੀ ਥਿਊਰੀ ਆਈ ਡਾਰਵਿਨ ਜਿਹੜੇ ਸੀ ਦੈਟ ਵਾਸ ਮੋਰ ਇਨਫਲੂਐਂਸਡ ਬਾਏ ਥੋਮਸ ਮਾਲਥਸ ਦੀਆਂ ਜਿਹੜੀਆਂ ਥਿਊਰੀ ਸੀ ਦੈਟ ਵਰ ਔਨ ਦੀ ਪੋਪੂਲੇਸ਼ਨ ਕਿਸ ਤਰ੍ਹਾਂ ਪੋਪੂਲੇਸ਼ਨ ਇਨਕਰੀਜ਼ ਕਰਦੀ ਹੈ ਡਿਕਰੀਜ਼ ਕਰਦੀ ਹੈ ਔਰ ਉਹਦਾ ਕਿਸ ਤਰ੍ਹਾਂ ਸਾਈਜ਼ ਪੋਪੂਲੇਸ਼ਨ ਦਾ ਵੇਰੀ ਕਰਦਾ ਹੈ ਡਿਊ ਟੂ ਡਿਫਰੈਂਟ ਫੈਕਟਰਸ ਇਹ ਸਾਰੇ ਜਿਹੜੇ ਪੋਪੂਲੇਸ਼ਨ ਦੇ ਨਾਲ ਰਿਲੇਟਡ ਫੈਕਟਰਸ ਔਰ ਉਹਦੀ ਇਨਕਰੀਜ਼ ਹੋਣਾ ਜਾਂ ਉਹਦੀ ਡਿਕਰੀਜ਼ ਹੋਣਾ ਔਰ ਉਹਨਾਂ ਦੀ ਮਾਲਥਸ ਦੀ ਬੁੱਕ ਜਿਹੜੀ ਸੀ ਉਹਨਾਂ ਦੇ ਵਿੱਚ ਇੱਕ ਸੀ ਜਿਹੜਾ ਐਨ ਐਸੇ ਔਨ ਦਾ ਪ੍ਰਿੰਸੀਪਲਸ ਆਫ ਪੋਪੂਲੇਸ਼ਨ ਡਾਰਵਿਨ ਵਾਸ ਸੋ ਮਚ ਇਨਫਲੂਐਂਸਡ ਵਿਦ ਦਿਸ ਐਸੇ ਸੋ ਇਹਨਾਂ ਦੇ ਫੈਕਟਰਸ ਲੈ ਕੇ ਔਰ ਆਪਣੇ ਆਈਡੀਆਸ ਲੈ ਕੇ ਡਾਰਵਿਨ ਐਕਸਪਲੇਨਡ ਹਿਸ ਥਿਊਰੀ ਇਨ ਦਾ ਬੁੱਕ ਔਰ ਜਿਹੜੀ ਡਾਰਵਿਨ ਦੀ ਬੁੱਕ ਸੀ ਦੈਟ ਵਾਸ ਔਨ ਦੀ ਓਰੀਜਨ ਆਫ ਸਪੀਸੀਜ਼ ਬਾਈ ਮੀਨਸ ਆਫ ਨੈਚੁਰਲ ਸਿਲੈਕਸ਼ਨ ਔਰ ਦਿਸ ਬੁੱਕ ਵਾਸ ਪਬਲਿਸ਼ਡ ਇਨ 1859 ਸੋ ਮੇਨ ਪੋਸਟੂਲੇਟਸ ਕੀ ਹੈ ਡਾਰਵਿਨਿਜ਼ਮ ਦੇ ਪਹਿਲਾਂ ਕਿ ਜੋਮੈਟ੍ਰਿਕ ਇਨਕਰੀਜ਼ ਹੁੰਦੀ ਹੈ ਫਿਰ ਲਿਮਿਟਿਡ ਫੂਡ ਐਂਡ ਸਪਲਾਈ ਫਿਰ ਸਟਰਗਲ ਫॉर ਐਗਜ਼ਿਸਟੈਂਸ then there is variation, then natural selection or survival of the fetus, inheritance of useful variations, then speciation. So ਇਹ ਮੇਨ ਪੁਆਇੰਟਸ ਹੈ ਜਿਹੜੇ ਕਿ ਡਾਰਵਿਨ ਦੇ ਥਿਊਰੀ ਦੇ ਹੁਣ ਆਪਾਂ ਇਹ ਸਾਰੇ ਹੀ ਪੁਆਇੰਟਸ ਇਹਨਾਂ ਦੇ ਪੜਾਂਗੇ ਸੋ ਫਸਟ ਇਜ਼ ਜੋਮੈਟ੍ਰੀਕਲ ਇਨਕਰੀਜ਼ ਜਿੰਨੇ ਲਿਵਿੰਗ ਔਰਗਨਿਜ਼ਮਸ ਹੈ ਦੇ ਹੈਵ ਦੀ ਕਪੈਸਿਟੀ ਆਫ ਓਵਰ ਪ੍ਰੋਡਕਸ਼ਨ ਔਰ ਹਾਈਲੀ ਰਿਪਰੋਡਕਟਿਵ ਪੋਟੈਂਸ਼ੀਅਲ ਜਿੰਨੇ ਲਿਵਿੰਗ ਔਰਗਨਿਜ਼ਮਸ ਹੈ ਉਹ ਇਨੋਮਸ ਨੰਬਰ ਆਫ ਆਫਸਪ੍ਰਿੰਗਸ ਬਣਾਉਂਦੇ ਹੈ ਫੋਰ ਐਗਜ਼ਾਮਪਲ ਪਲਾਂਟਸ ਹੈ ਥਾਊਜ਼ੈਂਡਸ ਆਫ ਸੀਡਸ ਪ੍ਰੋਡਿਊਸ ਕਰਦੇ ਹੈ ਇਨਸੈਕਟਸ ਹੰਡਰਡਸ ਆਫ ਐਗਸ ਲੇ ਕਰਦੇ ਹੈ ਔਰ ਐਵਰੀ ਸਪੀਸੀਜ਼ ਦੇ ਵਿੱਚ ਜਿਹੜੀ ਕਪੈਸਿਟੀ ਹੈ ਆਪਣੀ ਜਨਰੇਸ਼ਨ ਨੂੰ ਇਨਕਰੀਜ਼ ਕਰਨ ਲਈ ਦੈਟ ਇਜ਼ ਮੈਕਸੀਮਮ ਸੋ ਦੇ ਇਸ ਤਰ੍ਹਾਂ ਉਹ ਇਨਕਰੀਜ਼ ਕਰਦੇ ਹੈ ਕਿ ਦੇ ਆਰ ਅਵੇਲੇਬਲਸ ਦੇ ਓਕੂਪਾਈ ਆਲਮੋਸਟ ਆਲ ਦਾ ਅਵੇਲੇਬਲ ਸਪੇਸ ਔਨ ਦੀ ਅਰਥ ਬੈਕਟੀਰੀਆ ਪੈਰਾਮੀਸ਼ੀਅਮ ਦੇ ਰਿਪਰੋਡਿਊਸ ਰੈਪਿਡਲੀ ਸੋ ਜੋਮੈਟ੍ਰੀਕਲ ਇਨਕਰੀਜ਼ ਦਾ ਮਤਲਬ ਹੁੰਦਾ ਹੈ ਜਿਸ ਤਰ੍ਹਾਂ ਕਿ 1 ਤੋਂ 2 4 8 16 ਇਸ ਤਰ੍ਹਾਂ ਇਨਕਰੀਜ਼ ਹੋਣੀ ਹੈ ਅਗਰ ਇਸੇ ਤਰ੍ਹਾਂ ਪੋਪੂਲੇਸ਼ਨ ਇਨਕਰੀਜ਼ ਕਰ ਰਹੀ ਹੈ ਦੈਨ देयर विल बी लिमिटेड फूड एंड सप्लाई पॉपुलेशन इंक्रीज कर रही है लेकिन फूड और जी स्पेस है दैट इज़ लिमिटेड है और उस दे अकॉर्डिंग उन्होंने जी देयर विल बी कॉम्पीटिशन फॉर फूड एंड स्पेस दैट इज़ अवेलेबल सो डार्विन दे अकॉर्डिंग कि जी पॉपुलेशन है वो इनक्रीज करती है जियोमैट्रिकली बट जोड़ा फूड है वो इनक्रीज करता है आर्थीमेटिकली मीनस लाइक 2 4 6 8 इस तरह इनक्रीज करती है जो फूड एंड स्पेस सो पॉपुलेशन इज़ मोर एज कंपेयर टू दैट फूड एंड स्पेस नाउ the two factors do not allow a population to grow indefinitely जिस तरह से कह रहे हैं कि population बहुत increase कर रही है बट एक्चुअल विच पॉपुलेशन इस तरह नहीं इंक्रीज़ कर रही क्योंकि देर इज़ अ लिमिटेड सप्लाई ऑफ फूड एज वेल एज स्पेस नाउ वट विल हैपन देर विल बी स्ट्रगल फॉर एग्जिस्टेंस हुण उन्नी की ही स्पेस ते पॉपुलेशन बहुत ज़्यादा है लेकिन उत्थे फूड एंड जी स्पेस है दैट इज़ लैस एज कंपेयर टू द पॉपुलेशन then there will be the struggle for existence that means कि उन्हां दे विच competition शुरू हो जाएगा now due to rapid multiplication होई population दी limited food and space हो गई ते there is a competition between the individuals
ਉਹਨਾਂ ਦੇ ਵਿੱਚ ਆਪਸੀ ਕੰਪੀਟੀਸ਼ਨ ਸ਼ੁਰੂ ਹੋ ਜਾਏਗਾ। ਇੱਕ ਸਪੀਸੀਜ਼ ਦਾ ਦੂਸਰੀ ਸਪੀਸੀਜ਼ ਦੇ ਨਾਲ ਕੰਪੀਟੀਸ਼ਨ ਹੋ ਜਾਏਗਾ ਫॉर ਸਪੇਸ, ਫॉर ਫੂਡ, ਟੂ ਮੇਟ, ਔਰ ਐਸ ਵੈਲ ਐਸ देयर विल बी स्ट्रगल फॉर एग्जिस्टेंस, जिंदे रहने ਲਈ ਉਹਨਾਂ ਨੂੰ ਸੰਘਰਸ਼ ਕਰਨਾ ਪਏਗਾ। सो किस तरह के कॉम्पीटिशनस होंगे? इंट्रा स्पैसिफिक, इंटर स्पैसिफिक और इन्वायरमेंटल कॉम्पीटिशनस। सो इंट्रा मीनस कि विद इन द मैंबरस ऑफ द सेम स्पीसीज, इको ही तरह दी स्पीसीज के विच ही कॉम्पीटिशन शुरू हो गया। जिस तरह कि 2 डॉग्स है, दे आर स्ट्रगलिंग फॉर द मीट। ਜਾਂ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ two humans they are struggling for the same food or for the job। ਇਹ ਇਸ ਤਰ੍ਹਾਂ ਦੇ ਕੰਪੀਟੀਸ਼ਨਸ ਹੈ ਇੰਟਰਾ ਸਪੈਸਿਫਿਕ। ਇੰਟਰ ਸਪੈਸਿਫਿਕ ਹੁੰਦੇ ਆ ਕਿ 2 ਮੈਂਬਰਸ ਆਫ ਡਿਫਰੈਂਟ ਸਪੀਸੀਜ਼, ਜਿਸ ਤਰ੍ਹਾਂ ਕਿ ਕੈਟ ਔਰ ਡੋਗ ਦੇ ਵਿੱਚ ਕੰਪੀਟੀਸ਼ਨ ਹੋ ਗਿਆ, ਜਾਂ ਫਿਰ ਕ੍ਰੋ ਐਂਡ ਪਿਜਨ ਫॉर द ग्रेन्स, ਦਾਣਿਆਂ ਲਈ ਇੱਕੋ ਹੀ ਕੰਪੀਟੀਸ਼ਨ ਹੋ ਗਿਆ। ਡਿਫਰੈਂਟ ਸਪੀਸੀਜ਼ ਬਟ ਦੇ ਕੰਪੀਟਿੰਗ ਫॉर द सेम फूड। इन्वायरमेंटल कंडीशंस हो सकते हैं, कंपीटिशन हो सकता है बिटवीन द लिविंग ऑर्गेनिजम्स एंड द इन्वायरमेंटल फैक्टर्स है, जिस तरह कि कोल्ड, फ्लड, अर्थक्वेक्स, इस तरह का इन्हों का आपसी कंपीटिशन भी हो सकता है। सो इंट्रा स्पैसिफिक जोड़ा काफ़ी स्वेयर कंपीटिशन मन्निया जाता है। सो हेयर डायग्राम है जिहदे स्ट्रगल फॉर एग्जिस्टेंस है इन द मैंबरस सेम स्पीसीज़ दे विच कंपीटिशन हो रहा है फॉर द सर्वाइवल लई, फॉर द फूड। नाउ दिस इज़ इंट्रा स्पैसिफिक कंपीटिशन है बिटवीन द 2 स्पीसीज़। नाउ जिस तरह हुण उन्हां दे विच कंपीटिशन इंक्रीज होने के कारण देयर विल बी formation of variations in the population। So according to Darwin the variations are continuous। ਜਿਹੜੀਆਂ variations ਹੋ ਰਹੀਆਂ ਉਹਨਾਂ ਦੇ ਵਿੱਚ ਉਹ continuous ਹੈ ਔਰ small ਹੈ ਔਰ directional ਹੈ। and those variations ਜਿਹੜੀਆਂ ਕਿ ਉਹਨਾਂ ਨੂੰ ਅਡਾਪਟ ਕਰਨ ਦੇ ਵਿੱਚ ਹੈਲਪ ਕਰ ਰਹੀਆਂ ਔਰ ਲਿਵਿੰਗ ਆਰਗੇਨਿਜ਼ਮਸ ਨੂੰ ਉਸ এনवायरमेंट ਵਿੱਚ ਰਹਿਣ ਦੇ ਵਿੱਚ ਜਿਹਦੇ ਵਿੱਚ ਉਹ ਕੰਪੀਟੀਸ਼ਨ ਚੱਲ ਰਿਹਾ ਉਹਨਾਂ ਦਾ ਸਪੀਸੀਜ਼ ਦਾ, ਔਰ ਦੈਨ ਦੈਟ ਵੇਰੀਏਸ਼ਨਸ ਵਿਲ ਬੀ ਪਾਸਡ ਔਨ ਦ ਨੈਕਸਟ ਜਨਰੇਸ਼ਨ। ਜੋ ਉਹਨਾਂ ਦੇ ਵਿੱਚ ਬਦਲਾਵ ਆਏ ਹੈ ਜਾਂ ਚੇਂਜਿਸ ਆਈਆਂ ਹੈ, ਸੋ ਦੇ ਆਰ ਅਡੈਪਟਿੰਗ ਟੂ ਦ এনवायरमेंट, ਯੂਜ਼ਫੁਲ ਚੇਂਜਿਸ ਆਈਆਂ। ਔਰ ਜਿਹੜੇ ਸਪੀਸੀਜ਼ ਨਹੀਂ ਆਪਣੇ ਆਪ ਨੂੰ ਐਡਜਸਟ ਕਰ ਰਹੇ ਹੈ, ਉਹ ਦੇ ਆਰ ਨੋਟ ਸ਼ੋਇੰਗ ਐਨੀ ਟਾਈਪ ਆਫ ਵੇਰੀਏਸ਼ਨ ਇਨ ਦੈਮ, ਔਰ ਉਹ ਜਿਹੜੇ ਹੈ ਡਿਸਅਪੇਅਰ, ਉੱਥੋਂ ਖ਼ਤਮ ਹੋ ਜਾਣਗੇ। ਸੋ ਡਾਰਵਿਨਿਜ਼ਮ ਦੇ ਅਕੋਰਡਿੰਗ ਅਡੈਪਟਿਵ ਐਬਿਲਿਟੀ ਜਿਹੜੀ ਹੋਏਗੀ, ਜਿਸ ਦੇ ਨਾਲ ਉਹ ਐਬਿਲਿਟੀ ਦੇ ਨਾਲ ਉਹ ਅਡਾਪਟ ਕੀਤੇ ਆ ਉਸ এনवायरमेंट ਦੇ ਵਿੱਚ ਜਿੱਥੇ ਉਹਨਾਂ ਨੂੰ ਕੰਪੀਟੀਸ਼ਨ ਹੈ, ਦੈਟ ਵਿਲ ਬੀ ਇਨਹੈਰੀਟਿਡ ਉਹ ਐਂਡ ਇਟ ਵਿਲ ਬੀ ਪਾਸ ਟੂ ਦ ਨੈਕਸਟ जनरेशन। सो इट हैज़ अ जेनेटिक बेसिस। सो इनहेरिटेंस की मीन्स कि जो अच्छे उन्होंने कैरेक्टर्स है जो वेरिएशंस है दैट विल बी पास टू द नेक्स्ट जनरेशन। नाउ नेक्स्ट अगला की है सर्वाइवल ऑफ द फिटेस्ट और नेचुरल सिलेक्शन। सो अकॉर्डिंग टू डार्विन नेचर सिलेक्ट्स करेगा उन्हों दे विचों इंडिविजुअल्स आउट ऑफ द पॉपूलेशन, जिहड़ी वो पॉपूलेशन है जिहदे विच अलग अलग तरह दी स्पीसीज़ है, और नेचर सिलेक्ट करेगा विच आर यूजफुल वेरीएशनस किहड़ियां उन्हां दे विच और किहड़ियां स्पीसीज़ वैल अडैप्टिड है टू द एनवायरमेंट। जिहड़ियां लैस फिट मीनस जिन्हां दे रिप्रोडक्टिव पोटेंशियल घट है, वो अनफिट है, दे आर रिजैक्टेड बाय द नेचर। सो दिस इज़ द सर्वाइवल ऑफ द फिटेस्ट, और जां असीं नूं नैचुरल सिलेक्शन भी कह सकते हैं। सो फिटनेस मीनस that is the ability to survive and reproduce in a specific environment, अपने आप ਨੂੰ ਅਡਾਪਟ ਕਰਨਾ ਉਸ এনवायरमेंट ਦੇ ਅਕੋਰਡਿੰਗ, that is the survival of the fittest। ਉਹੀ ਕਰੇਗਾ ਜਿਹਦੇ ਵਿੱਚ ਫਿਟਨੈਸ ਹੈ ਔਰ ਜਿਹੜਾ better adapted to the environment ਹੈ। ਸੋ ਇਸੇ ਤਰ੍ਹਾਂ ਇੰਡੀਵਿਜੂਅਲਸ better designed ਹੈ environment ਨੂੰ, ਜਿਹੜੇ ਉਹ ਸਰਵਾਈਵ ਕਰਨਗੇ, ਜਿਸ ਤਰ੍ਹਾਂ ਕਿ ਇੱਕ ਕੈਕਟਸ ਹੈ और ये अपने आप ਨੂੰ एडजस्ट करने ਲਈ एनवायरमेंट के अकॉर्डिंग
ਜਿਹੜੀਆਂ ਲੀਵਸ ਹੈ they have been modified into spines, or stem that has been modified to perform the functions of photosynthesis. So fitness is the result of successful adaptations. So individuals with useful variations ਜਿਹੜੀਆਂ ਹੋਣਗੀਆਂ they will be selected by the nature, and it was called the natural selection by Darwin, or survival of the fetus by the Wallace. So ਇਹ ਵੀ ਸਾਇੰਟਿਸਟ ਸੀ ਜੋ survival of the fetus was said by Wallace, or Darwin ਦੇ according that was natural selection. Now ਹੁਣ ਜਿਹੜੀਆਂ variations ਹੈ population ਦੇ ਵਿੱਚ ਜਾਂ changes ਆਈਆਂ that are adapted to the environment, Darwin believed that the selected individuals pass the useful variations, means ਕਿਹੜੀਆਂ variations ਜਿਹੜੀਆਂ continuous variations ਹੈ, small changes to the offsprings. So the offsprings are born to fit to the changed environments. ਹੁਣ ਜਿਹੜੀ ਅੱਗੇ ਇਹਨਾਂ ਦੀ population ਹੋਏਗੀ ਉਹਨਾਂ ਦੇ ਵਿੱਚ useful variations ਆ ਗਈਆਂ, as a result ਜਿਹੜੇ ਉਹਨਾਂ ਦੇ offsprings ਹੋਣਗੇ they will be fit to the changed environment. So next is the formation of the species ਜਾਂ speciation. So ਜਦੋਂ variations ਆ ਗਈਆਂ then there will be they have changed according to the environment, and the characters are passed to the next generation. So offsprings become different from the ancestors. ਉਹਨਾਂ ਦੇ ਵਿੱਚ ਫਰਕ ਆ ਜਾਂਦਾ ਕਿਉਂਕਿ ਉਹਨਾਂ ਦੇ ਵਿੱਚ ਵੇਰੀਏਸ਼ਨਸ ਆ ਗਈਆਂ ਔਰ ਆਪਣੇ ਉਹ ਨਿਊ ਫਾਰਮੇਸ਼ਨ ਕਰ ਦਿੰਦੇ ਆ ਸਪੀਸੀਜ਼ ਦੀ. ਸੋ ਅਕੋਰਡਿੰਗ ਟੂ ਡਾਰਵਿਨ ਐਵੋਲੂਸ਼ਨ ਇਜ਼ ਗ੍ਰੈਜੂਅਲ, ਹੌਲੀ ਹੌਲੀ ਪ੍ਰੋਸੈਸ ਹੋ ਰਿਹਾ ਹੈ from one generation to next generation. So it occurs by gradual changes in the existing species. ਜਿਹੜੀ species ਹੈ ਉਹਦੇ ਵਿੱਚ ਹੌਲੀ ਹੌਲੀ changes ਆ ਕੇ finally ultimately ਜਿਹੜੀ new species ਬਣਦੀ ਹੈ that is known as speciation. So ਇਹ ਜਿਹੜੇ 7 points ਸੀ ਜਿਸ ਤਰ੍ਹਾਂ ਇਹ show ਕਰਦੇ ਹੈ ਕਿ ਕਿਸ ਤਰ੍ਹਾਂ new speciation formation ਹੋਈ ਹੈ by changes in them to adjust according to the environment. So here alag species hai, they have adapted according to the environment. These are the species of dogs. So two main concepts hai Darwin the theory de, that is the branching descent as well as natural selection. ब्रांचिंग डिसेंट का मतलब है कि मीन्स विद टाइम न्यू फॉर्म अपेयर, और ये न्यू लाइफ फॉर्म्स अराइज एज ब्रांचेस फ्रॉम द प्रीवियसली एग्जिस्टिंग लाइफ फॉर्म्स. एक स्पीसीज़ है उतों 2 स्पीसीज़ बनिया, एक फिर ये स्पीसीज़ तो अगे जड़ियाँ स्पीसीज़ फॉर्मेशन हुई, इस तरह ये नई स्पीसीज़ की फॉर्मेशन होएगी, बट ये प्रोसैस काफ़ी ग्रैजुअली होएगा. सो दिस देयर इज़ अ ब्रांचिंग डिसेंट. और दूसरा है नेचुरल सिलेक्शन. नेचर सेलेक्ट्स वेरिएशंस एंड दिस इज़ मेन मैकेनिज्म ऑफ एवोल्यूशन. सो 2 ये मेन पॉइंट्स है ਜਾਂ कॉन्सैप्ट्स कह लो, एक ब्रांचिंग डिसेंट और नेचुरल सिलेक्शन. एक ओरिजिनल स्पीसीज़ है उस तो नवीं स्पीसीज़ बनिया फिर उन्होंने तो अगे बनिया, इस तरह ब्रांचिंग सिस्टम जोड़ा बनता है दैट इज़ ब्रांचिंग डिसेंट या फिर नेचुरल सिलेक्शन है. दूसरा पॉइंट जड़ियाँ कि वेरिएशंस है दैट इज़ सिलेक्टेड बाय द नेचर दैट आर पास टू द नेक्स्ट जनरेशन. So now what are the evidences in the favor of Darwinism? So there is a close parallelism है between the natural selection and artificial selection. जिस तरह nature select करता है उसी तरह असी artificial selection भी कर सकते हैं. So they are both parallel. मिमिक्री है, प्रोटेक्टिव कलरेशन है. मिमिक्री मीन्स कि जदों कोई भी ऑर्गेनिजम्स क्लोज टू द एक्सटर्नल रिजेंबलेंस ऑफ एनिमल और प्लांट टू अनदर, इनू असी कहने मिमिक्री, ਜਾਂ अपने आप ਨੂੰ कॉपी करना दूसरे एनिमल ਨੂੰ ਜਾਂ ਕਿਸੇ प्लांट ਨੂੰ, दैट इज़ मिमिक्री. प्रोटेक्टिव कलरेशन ਹੁੰਦਾ है कि जिस तरह कि एनिमल्स बॉडी कलर मैच करता है सराउंडिंग ਨੂੰ. सो ये नेचर के अकॉर्डिंग अपने आप ਨੂੰ अडाप्ट कर रहे हैं, दैट इज़ ऑल्सो फेवरिंग द डार्विनिज्म. रिप्लेसमेंट ऑफ डायनासोर्स
ਬਾਏ ਸਮੋਲ ਸਾਈਜ਼ਡ ਕਾਰਨੀਵੋਰਸ ਆ ਗਏ, ਉਹਨਾਂ ਦੀ ਜਗ੍ਹਾ 'ਤੇ ਡਾਇਨਾਸੋਰਸ ਦੀ ਜਗ੍ਹਾ 'ਤੇ ਕਾਰਨੀਵੋਰਸ ਰੈਪਟਾਈਲਸ। ਕਿਉਂ? ਕਿਉਂਕਿ ਉਸ ਟਾਈਮ ਦੇ ਵਿੱਚ ਜਿਹੜੀ ਫੂਡ ਐਂਡ ਸਪੇਸ ਦੀ ਸਕੇਰਸਿਟੀ ਸੀ। ਐਸ ਅ ਰਿਜ਼ਲਟ ਡਾਇਨਾਸੋਰਸ ਦੇ ਕੁਡਨਟ ਫਿਟ ਅਕੋਰਡਿੰਗ ਟੂ ਦੈਟ ਇਨਵਾਇਰਮੈਂਟ, ਉਹ ਜਿਹੜੇ ਸੀ ਦੇ ਬਿਕੇਮ ਐਕਸਟਿੰਕਟ। instead of that dinosaurs, carnivorous reptiles, they took their place. So the next ਹੈ the evidence in favor ਜਿਹੜੇ ਕਰਦੇ ਆ ਡਾਰਵਿਨਿਜ਼ਮ ਨੂੰ। there is a correlation between the position of the nectaries in the flower and length of proboscis. so ਜੋ insects ਹੈ ਜਿਹੜੇ ਉਹਨਾਂ ਦੇ sucking mouth parts ਹੈ ਔਰ ਜੋ ਨੈਕਟਰੀਸ ਹੈ ਫਲਾਵਰ ਦੇ ਵਿੱਚ ਜਿਹਦੇ ਵਿੱਚ ਨੈਕਟਰ ਹੁੰਦਾ ਹੈ, ਉਹਨਾਂ ਦੇ ਵਿੱਚ ਕਲੋਜ਼ ਰਿਲੇਸ਼ਨਸ਼ਿਪ ਹੈ। ਸੋ ਇਹਦੇ ਵਿੱਚ ਇਹ ਸ਼ੋ ਹੋ ਰਿਹਾ ਹੈ ਕਿ ਕਿਸ ਤਰ੍ਹਾਂ ਐਵੋਲੂਸ਼ਨ ਦੇ ਨਾਲ ਜਿਹੜੀ ਇਨਸੈਕਟਸ ਦੀਆਂ ਸਕਿੰਗ ਮਾਊਥ ਪਾਰਟਸ ਹੈ ਦੇ ਹੈਵ ਅਡਾਪਟਡ ਉਹ ਦਾ ਮੀਨਸ ਕਿ ਉਹਨਾਂ ਨੇ ਉਸ ਤਰ੍ਹਾਂ ਦੀ ਆਪਣੇ ਆਪ ਨੂੰ ਅਡਾਪਟ ਕਰ ਲਿਆ ਹੈ ਤਾਂ ਕਿ ਦੇ ਕੈਨ ਟੇਕ ਦ ਨੈਕਟਰੀਸ means nectar from the flowers. So there is a correlationship between the two. So now evidences against the Darwin theory, ਕਿਹੜੇ evidences ਹੈ ਜਿਹੜੇ ਕਿ these do not favor Darwinism. So first of all, Darwinism was not able to explain the inheritance of vestigial organs, ਜਿਹੜੇ ਬੋਡੀ ਦੇ ਵਿੱਚ organs ਹੈ ਜਿਨ੍ਹਾਂ ਦੀ ਬੋਡੀ ਦੇ ਲਈ ਰਿਕੁਆਇਰਮੈਂਟ ਨਹੀਂ ਹੈ। ਫੋਰ ਐਗਜ਼ਾਮਪਲ ਅਪੈਂਡਿਕਸ ਹੋ ਗਈ ਔਰ ਮਸਲਸ ਇਨ ਦਾ ਪਿੰਨਾ, ਦ ਵੈਸਟੀਜੀਅਲ organs ਹੈ, ਇਹਨਾਂ ਦੀ ਕਿਉਂ ਇਨਹੈਰੀਟੈਂਸ ਹੋ ਰਹੀ ਹੈ? that was not explained by Darwin. Darwin did not differentiate between the somatic cells है ਜਾਂ germinal cells है, ਕਿਹੜੇ reproductive cells ਹੈ, ਕਿਹੜੇ body cells है, how characters ਕਿਹੜੇ cells ਦੇ through next generation ਵਿੱਚ ਜਾ ਰਹੇ ਹੈ। that was not explained by Darwin. So Darwin did not explain the causes of variation, ਕੋਈ ਕਾਰਨ ਨਹੀਂ ਦੱਸਿਆ variations ਕਿਉਂ ਹੋ ਰਹੀਆਂ ਹੈ। and the method of transmission of variations, genetic concept was not discussed by Darwin. Inheritance of characters, ਜਿਸ ਤਰ੍ਹਾਂ ਕਿ ਐਂਟਲਰਸ ਹੈ ਡੀਅਰ ਦੇ ਵਿੱਚ ਜਾਂ ਟਾਸਕ ਹੈ ਐਲੀਫੈਂਟ ਦੇ ਵਿੱਚ, that was also not explained by Darwin. so theory ਜਿਹੜੀ ਹੈ explain ਤਾਂ ਕਰਦੀ ਹੈ survival of the fittest natural selection ਦੇ ਨਾਲ, but does not explain the arrival of the fittest, ਕਿ ਜਿਹੜਾ ਫਿਟ ਹੋ ਰਿਹਾ ਇਨਵਾਇਰਮੈਂਟ ਦੇ ਵਿੱਚ ਮੀਨਸ ਦੈਟ ਇਜ਼ ਸਰਵਾਈਵਲ ਆਫ ਦਾ ਫਿਟੈਸਟ, ਦੈਟ ਇਜ਼ ਐਕਸਪਲੇਨਡ, ਬਟ ਕਿਸ ਤਰ੍ਹਾਂ ਇਹ ਅਰਾਈਵਲ ਹੋਇਆ ਫਿਟੈਸਟ, ਕਿਸ ਤਰ੍ਹਾਂ ਉੱਥੇ ਇਹ ਫਸਟ ਆਇਆ, ਦੈਟ ਇਜ਼ ਨੋਟ ਐਕਸਪਲੇਨਡ ਬਾਏ ਡਾਰਵਿਨਿਜ਼ਮ. So what are the drawbacks of this theory? Darwin did not differentiate between the heritable and non-inheritable characters. He ज़्यादा ਇਹਦਾ ਜਿਹੜਾ ਇਹਨੇ ਸ਼ੋ ਕੀਤਾ ਹੈ that he more advantage was given to role of small variations but not due to mutations. ਸਿਰਫ ਕੰਟੀਨਿਊਸ ਵੇਰੀਏਸ਼ਨਸ ਬਾਰੇ ਹੀ ਦੱਸਿਆ ਔਰ ਇਹਨਾਂ ਨੇ ਕੋਈ ਡਿਸਕੰਟੀਨਿਊਸ ਵੇਰੀਏਸ਼ਨਸ ਜਾਂ ਮਿਊਟੇਸ਼ਨਸ ਬਾਰੇ that was not discussed by Darwin. So this theory explains only the survival of the fetus and not the arrival of the fetus.